ਹੈਲੋ ਸਟੂਡੈਂਟ, ਅੱਜ ਆਪਾਂ ਪਾਠ ਕਾਤਲ ਕੌਣ ਪੜ੍ਹਨ ਜਾ ਰਹੇ ਹਾਂ। ਇਸ ਵਿੱਚ ਇੱਕ ਗਰੀਬ ਵਿਅਕਤੀ ਜਿਸ ਦਾ ਨਾਮ ਸ਼ਰੀਫੂ ਹੈ, ਆਪਣੇ ਨਾਮ ਦੇ ਨਾਲ ਸ਼ਰੀਫੂ ਹੋਣ ਦੇ ਨਾਲ ਨਾਲ ਉਹ ਪੂਰਾ ਸ਼ਰੀਫ ਹੁੰਦਾ ਹੈ। ਉਸ ਬਹੁਤ ਜ਼ਿਆਦਾ ਗਰੀਬ ਹੁੰਦਾ ਹੈ। ਗਰੀਬ ਹੋਣ ਕਰਕੇ ਉਹ ਜਵਾਨੀ ਦੀ ਉਮਰ ਹੈ ਜਿਹੜੀ ਉਹ ਵੀ ਨਹੀਂ ਮਾਣ ਸਕਦਾ, ਕਿਉਂਕਿ ਪਹਿਲਾਂ ਉਸਦਾ ਜਿਹੜਾ ਪਿਓ ਸੀ ਉਹ ਇੱਕ ਨੰਬਰਦਾਰ ਦੇ ਘਰੇ ਨੌਕਰੀ ਕਰਦਾ ਸੀ। ਉਸ ਤੋਂ ਕਰਜ਼ਾ ਲਿਆ ਹੋਇਆ ਸੀ। ਕਰਜ਼ਾ ਚੁਕਾਉਣ ਦੇ ਕਾਰਨ ਚੁਕਾਉਂਦਾ ਇੱਕ ਦਿਨ ਉਹ ਰੱਬ ਨੂੰ ਪਿਆਰਾ ਹੋ ਗਿਆ, ਭਾਵ ਉਸ ਦੀ ਮੌਤ ਹੋ ਗਈ। ਫਿਰ ਉਸ ਤੋਂ ਬਾਅਦ ਸ਼ਰੀਫੂ ਨੇ ਉਹ ਕਰਜ਼ਾ ਉਤਾਰਨ ਦੀ ਪੂਰੀ ਕੋਸ਼ਿਸ਼ ਕੀਤੀ। ਉਹ ਦਿਨ ਰਾਤ ਮਿਹਨਤ ਕਰਦਾ, ਪਰ ਨੰਬਰਦਾਰ ਉਸ ਨੂੰ ਉਸਦੀ ਮਿਹਨਤ ਦੇ ਬਦਲੇ ਸਿਰਫ ਉਸ ਨੂੰ 2 ਟਾਈਮ ਦੀ ਰੋਟੀ ਹੀ ਦਿੰਦੇ ਸਨ। ਸਾਰੇ ਲੋਕ ਉਹਨਾਂ ਬਾਰੇ ਗੱਲਾਂ ਕਰਦੇ, ਸ਼ਰੀਫੂ ਬਾਰੇ ਗੱਲਾਂ ਕਰਦੇ ਕਿ ਵਿਚਾਰਾ ਆਪਣੇ ਬਾਪੂ ਦੇ ਕਰਜ਼ੇ ਦਾ ਮੁੱਲ ਮੋੜ ਰਿਹਾ ਹੈ। ਇਸ ਦੇ ਹਾਣ ਦੇ ਤਾਂ ਹਰ ਕਰਦੇ ਇੱਧਰ ਉੱਧਰ ਤੁਰੇ ਫਿਰਦੇ ਹਨ। ਕਈ ਵਾਰੀ ਸ਼ਰੀਫੂ ਵੀ ਸੋਚਦਾ ਹੈ ਕਿ ਰੱਬ ਨੇ ਉਸ ਦੀ ਹੀ ਕਿਸਮਤ ਕਿਉਂ ਮਾੜੀ ਲਿਖੀ ਹੈ। ਪਹਿਲਾਂ ਉਸਦਾ ਬਾਪੂ ਜਿਹੜਾ ਉਹ ਨੰਬਰਦਾਰਾਂ ਦੇ ਗੋਲਾ ਧੰਦਾ ਕਰਦਾ ਮਰ ਗਿਆ, ਅਤੇ ਹੁਣ ਮੈਂ ਮਰ ਰਿਹਾ। ਕਈ ਵਾਰੀ ਉਹ ਸੋਚਦਾ ਉੱਚੀ ਰੋਣ ਲੱਗ ਜਾਂਦਾ। ਇਸ ਤਰ੍ਹਾਂ ਕੰਮ ਕਰਦਾ ਉਹ ਜਵਾਨ ਹੋ ਗਿਆ। ਖੇਤਾਂ ਵਿੱਚ ਦੀ ਜ਼ਿੰਮੇਵਾਰੀ ਦੇ ਨਾਲ ਨਾਲ ਉਸਨੂੰ ਘਰ ਦੀ ਜ਼ਿੰਮੇਵਾਰੀ ਵੀ ਪਾ ਦਿੱਤੀ, ਜਿਵੇਂ ਮੱਝਾਂ ਨੂੰ ਪੱਠੇ ਪਾਉਣੇ, ਧਾਰਾਂ ਕੱਢਣੀਆਂ, ਤਾਂ ਜਾ ਕੇ ਉਸਨੂੰ ਰੋਟੀ ਨਸੀਬ ਹੁੰਦੀ ਸੀ। ਰੋਟੀ ਖਾਣ ਤੋਂ ਬਾਅਦ ਉਹ ਘਰ ਨੂੰ ਚਲਾ ਜਾਂਦਾ ਸੀ। ਘਰ ਮਤਲਬ ਆਪਣੇ ਘਰ ਨਹੀਂ, ਉਹ ਖੇਤਾਂ ਵੱਲ ਚਲਾ ਜਾਂਦਾ ਸੀ। ਸਾਰੀ ਰਾਤ ਜਿਹੜੀ ਖੇਤ ਵਿੱਚ ਹੀ ਲੰਘ ਜਾਂਦੀ ਸੀ। ਉਸ ਨੂੰ ਆਪਣੇ ਘਰ ਆਉਣ ਦਾ ਟਾਈਮ ਹੀ ਨਹੀਂ ਮਿਲਦਾ ਸੀ। ਪਿੰਡ ਵਿੱਚ ਸਾਰੇ ਲੋਕ ਉਸ ਬਾਰੇ ਗੱਲਾਂ ਕਰਦੇ, ਖਾਸ ਕਰਕੇ ਜਿਹੜੀਆਂ ਔਰਤਾਂ ਵੀ ਤ੍ਰੀਮਤਾਂ ਮਤਲਬ ਉਹ ਵੀ ਚਰਚੇ ਕਰਦੀਆਂ ਅਤੇ ਕਹਿੰਦੀਆਂ ਕਿ ਕਿਵੇਂ ਦਿਨ ਰਾਤ ਵਿਚਾਰਾ ਮਰਦਾ ਰਹਿੰਦਾ ਹੈ। ਇਸ ਦੇ ਹਾਣ ਦੇ ਤਾਂ ਹਰ ਕਰਦੇ ਫਿਰਦੇ ਹਨ। ਇਹ ਵਿਚਾਰਾ ਆਪਣੇ ਬਾਪ ਦੀ ਇੱਜ਼ਤ ਦਾ ਪੂਰਾ ਮੁੱਲ ਮੋੜ ਰਿਹਾ ਹੈ। ਜਿਸ ਤਰ੍ਹਾਂ ਸ਼ਰੀਫੂ ਕੰਮ ਕਰਦਾ ਹੈ, ਇਸ ਨੂੰ ਕੰਮ ਦਾ ਕੋਈ ਘਾਟਾ ਨਹੀਂ ਹੈ। ਜੇ ਕਿਤੇ ਹੋਰ ਜਾ ਕੇ ਇਹ ਕੰਮ ਕਰੇ ਤਾਂ ਇਸ ਨੂੰ ਬਹੁਤ ਸਾਰੇ ਪੈਸੇ ਮਿਲਣਗੇ ਅਤੇ ਨਾਲ ਹੀ ਇੱਜ਼ਤ ਦੀ ਰੋਟੀ ਮਿਲੇਗੀ। ਨੰਬਰਦਾਰ ਇਸ ਤੋਂ ਗਧਿਆਂ ਵਾਂਗ ਕੰਮ ਕਰਵਾਉਂਦਾ ਹੈ ਅਤੇ ਉਸ ਨੂੰ ਕਦੇ ਵੀ ਸਾਫ਼ ਸੁਥਰੇ ਕੱਪੜੇ ਨਹੀਂ ਦਿੰਦੇ, ਸਿਰਫ ਉਸ ਨੂੰ ਵਕਤ ਦੀ ਰੋਟੀ ਮਸਾ ਦਿੰਦਾ ਹੈ ਅਤੇ ਉਸਦੇ ਬਹੁਤ ਜ਼ਿਆਦਾ ਜ਼ੁਲਮ ਕਰਦਾ ਹੈ। ਉਸਦੇ ਜਿਹੜੇ ਕੱਪੜੇ ਹੈ ਹਮੇਸ਼ਾ ਮੈਲ ਨਾਲ ਭਰੇ ਹੋਏ, ਟਾਕੀਆਂ ਲੱਗੀਆਂ ਹੋਈਆਂ, ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਹੌਲੀ ਜਦੋਂ ਇਹ ਔਰਤਾਂ ਗੱਲਾਂ ਕਰਨ ਲੱਗਦੀਆਂ ਤਾਂ ਮਤਲਬ ਇਹ ਗੱਲਾਂ ਨੰਬਰਦਾਰ ਦੇ ਕੰਨ ਵਿੱਚ ਪੈ ਗਈਆਂ। ਉਸਨੇ ਠੰਡੇ ਦਿਮਾਗ ਨਾਲ ਸੋਚਿਆ ਕਿ ਲੋਕਾਂ ਦੀਆਂ ਗੱਲਾਂ ਵਿੱਚ ਦਮ ਹੈ, ਕਿ ਜੇ ਮਤਲਬ ਇਹ ਤਾਂ ਸਾਨੂੰ ਇੱਕ ਇੰਨਾ ਸਸਤਾ ਕੰਮ ਮਿਲਿਆ ਹੋਇਆ ਹੈ, ਪਰ ਫਿਰ ਵੀ ਅਸੀਂ ਇਹਨੂੰ ਭੱਜ ਪੈਂਦੇ ਹਾਂ। ਤਾਂ ਉਸ ਨੇ ਥੋੜ੍ਹੇ ਦਿਨ ਉਸ ਨਾਲ ਆਪਣਾ ਸਲੂਕ ਹੈ ਜਿਹੜਾ ਉਹ ਸਹੀ ਕਰ ਲਿਆ। ਉਸਨੂੰ ਨਵੇਂ ਕੱਪੜੇ ਲਿਆ ਕੇ ਦਿੱਤੇ, ਥੋੜ੍ਹੀ ਕੰਮ ਤੋਂ ਵੀ ਰਾਹਤ ਦਿੱਤੀ ਤੀ, ਮਤਲਬ ਤਾਂ ਕਿ ਉਹ ਤੋਂ ਕੰਮ ਘੱਟ ਕਰਵਾਇਆ ਜਾਵੇ। ਸ਼ਰੀਫੂ ਵਿਚਾਰਾ ਤਾਂ ਇੰਨੇ 'ਚ ਹੀ ਬਹੁਤ ਜ਼ਿਆਦਾ ਖੁਸ਼ ਹੋ ਗਿਆ ਅਤੇ ਉਹ ਉਸਦਾ ਹੋਰ ਵੀ ਜ਼ਿਆਦਾ ਧੰਨਵਾਦ ਕਰਨ ਲੱਗਾ। ਸਰਦਾਰ ਜੀ ਕਹਿਣ ਲੱਗ ਪਿਆ ਅਤੇ ਪਹਿਲਾਂ ਨਾਲੋਂ ਹੋਰ ਜ਼ਿਆਦਾ ਮਿਹਨਤ ਕਰਨ ਲੱਗਾ। ਨੰਬਰਦਾਰ ਦੀ ਘਰਵਾਲੀ ਤੇਜ ਕੌਰ ਨੰਬਰਦਾਰ ਨੂੰ ਕਹਿੰਦੀ ਹੈ ਕਿ ਜੇ ਸ਼ਰੀਫੂ ਹੈ ਜਿਹੜਾ ਇੱਕ ਰੇਤ ਭਰੀ ਮੁੱਠੀ ਵਾਂਗ ਹੈ, ਜੇ ਇਹ ਇੱਕ ਵਾਰੀ ਕੇਰਾਂ ਆਪਣੇ ਹੱਥੋਂ ਨਿਕਲ ਗਿਆ ਤਾਂ ਮਤਲਬ ਆਪਾਂ ਕੁਝ ਨਹੀਂ ਕਰ ਸਕਦੇ। ਇਸ ਨੂੰ ਗ੍ਰਸਤੀ ਵਿੱਚ ਪਾਓ ਤਾਂ ਕਿ ਇਹ ਸਾਰੀ ਉਮਰ ਸਾਡਾ ਗੋਲਾ ਬਣ ਕੇ ਰਹੇ। ਸੁੱਚਾ ਸਿੰਘ ਜੋ ਨੰਬਰਦਾਰ ਸੀ, ਉਸਨੇ ਸੋਚਿਆ ਕਿ ਗੱਲ 'ਚ ਦਮ ਹੈ, ਤਾਂ ਉਸਨੇ ਕੀ ਕਿਹਾ, ਉਸਨੇ ਸ਼ਰੀਫੂ ਨੂੰ ਵਿਆਹਣ ਦੀ ਸਕੀਮ ਲੜਾਈ। ਉਸਨੇ ਇੱਧਰ ਉੱਧਰ ਉਸਦੀ ਪਹੁੰਚ ਹੋਣ ਕਰਕੇ ਉਸ ਇੱਕ ਰਿਸ਼ਤਾ ਮਿਲ ਗਿਆ, ਜਿਸ ਨਾਲ ਸ਼ਰੀਫੂ ਨੂੰ ਸੁਪਨੇ ਦਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਉਸਨੂੰ ਸ਼ਰੀਫੂ ਨੂੰ ਵਿਆਹ ਕਰਾਉਣ ਲਈ ਮਨਾ ਲਿਆ। ਉਸਨੇ ਸਾਰੀ ਉਮਰ ਦੇ ਲਈ ਮਤਲਬ ਨੌਕਰ ਲੱਭ ਲਿਆ, ਸ਼ਰੀਫੂ ਦੀ ਬੇੜੀ ਵਿੱਚ ਵੱਟੇ ਪਾ ਦਿੱਤੇ, ਮਤਲਬ ਕਹਿਣ ਦਾ ਭਾਵ ਉਸਦਾ ਵਿਆਹ ਕਰ ਦਿੱਤਾ। ਵਿਆਹ ਤੋਂ ਥੋੜ੍ਹੇ ਕੁ ਦਿਨਾਂ ਬਾਅਦ ਹੀ ਸ਼ਰੀਫੂ ਨਾਲ ਉਹੀ ਸਲੂਕ ਸ਼ੁਰੂ ਹੋ ਗਿਆ, ਗਾਲਾਂ ਕੱਢਣੀਆਂ, ਜ਼ਿਆਦਾ ਕੰਮ ਕਰਵਾਉਣਾ, ਦਿਨ ਰਾਤ ਕੰਮ ਕਰਦਾ, 2 ਵਕਤ ਦੀ ਰੋਟੀ। ਹੁਣ ਪਹਿਲਾਂ ਤਾਂ ਇੱਕ ਜਣੇ ਨੂੰ ਮਿਲਦੀ ਸੀ, ਹੁਣ 2 ਜੀਆਂ ਦੀ ਹੋ ਗਈ ਸੀ। ਉਹ ਕੰਮ ਕਰਦਾ ਪਹਿਲਾਂ ਨਾਲੋਂ ਵੀ ਬੁੱਢਾ ਲੱਗਣ ਲੱਗ ਪਿਆ। ਇੱਕ ਦਿਨ ਨੰਬਰਦਾਰ ਦੀ ਘਰਵਾਲੀ ਤੇਜ ਕੌਰ ਨੇ
ਸ਼ਰੀਫੂ ਨਾਲ ਬਹੁਤ ਬੁਰਾ ਸਲੂਕ ਕੀਤਾ। ਉਸਨੇ ਉਸਨੂੰ ਰੋਟੀ ਸਿਰਫ ਇੱਕ ਜਣੇ ਜੋਗੀ ਦਿੱਤੀ, ਮਤਲਬ ਇੱਕ ਪਰਸਨ ਲਈ ਦਿੱਤੀ। ਉਸਨੇ ਉਸਦੀ ਘਰਵਾਲੀ ਲਈ ਉਸਨੂੰ ਰੋਟੀ ਨਹੀਂ ਦਿੱਤੀ। ਜਦੋਂ ਉਸਨੇ ਮੰਗੀ ਤਾਂ ਉਸਨੂੰ ਭੱਜ ਕੇ ਪਈ, ਮਤਲਬ ਚਾਰੇ ਪੈਰ ਚੁੱਕ ਕੇ ਪਈ ਵੀ ਮੇਰੇ ਕੋਲ ਸਿਰਫ ਜੇ ਇੱਥੇ ਇੱਕ ਬੰਦਾ ਕੰਮ ਕਰਦਾ ਹੈ ਤਾਂ ਮੈਂ ਰੋਟੀ ਇੱਕ ਨੂੰ ਹੀ ਦੇਵਾਂਗੀ। ਉਹ ਵਿਚਾਰਾ ਰੋਂਦਾ ਕੁਰਲਾਉਂਦਾ ਘਰੇ ਆ ਗਿਆ। ਜਦੋਂ ਉਸਦੀ ਘਰਵਾਲੀ ਨੇ ਦੇਖਿਆ ਕਿ ਰੋਟੀਆਂ ਸਿਰਫ ਇੱਕ ਜਣੇ ਵਾਸਤੇ ਹਨ ਤਾਂ ਉਸਨੇ ਪੁੱਛਿਆ। ਉਸ ਤੋਂ ਬਾਅਦ ਸ਼ਰੀਫੂ ਨੇ ਸਾਰੀ ਘਟਨਾ ਦੱਸੀ ਕਿ ਇਸ ਤਰ੍ਹਾਂ ਨੰਬਰਦਾਰੀ ਨੇ ਮੈਨੂੰ ਇਹ ਗੱਲ ਕਹੀ ਹੈ। ਤਾਂ ਉਸਦੀ ਪਤਨੀ ਵਿਚਾਰੀ ਉਹ ਵੀ ਉਸੇ ਤਰ੍ਹਾਂ ਉਹਦੇ ਵਾਂਗੂ ਸ਼ਰੀਫ ਸੀ। ਉਸਨੇ ਕਿਹਾ ਕਿ ਕੋਈ ਗੱਲ ਨਹੀਂ, ਵੀ ਅਗਲੇ ਦਿਨ ਮੈਂ ਵੀ ਤੁਹਾਡੇ ਨਾਲ ਕੰਮ 'ਤੇ ਜਾਵਾਂਗੀ। ਤੇਜ ਕੌਰ ਜਿਹੜੀ ਨੰਬਰਦਾਰਨੀ ਸੀ ਉਹ ਇਹੀ ਚਾਹੁੰਦੀ ਸੀ ਕਿ ਉਸਨੂੰ ਇੱਕ ਫਰੀ ਦੀ ਨੌਕਰਾਨੀ ਮਿਲ ਗਈ। ਉਸਨੇ ਘਰ ਦਾ ਸਾਰਾ ਕੰਮ ਉਸ ਤੋਂ ਕਰਵਾਉਂਦੀ। ਫਿਰ ਵੀ ਸਿਰਫ ਉਹਨਾਂ ਨੂੰ ਦੋਨਾਂ ਨੂੰ ਸਿਰਫ ਖਾਣ ਲਈ ਕੀ ਦਿੰਦੇ ਸਨ, 2 ਵਕਤ ਦੀ ਰੋਟੀ। ਹਜੇ ਤੱਕ ਕੰਮੂ ਹੈ ਜਿਹੜੀ ਸ਼ਰੀਫੂ ਦੀ ਜਿਹੜੀ ਘਰਵਾਲੀ ਸੀ, ਉਸਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਲਈ ਸੀ। ਤੇਜ ਕੌਰ ਨੇ ਉਸ ਤੋਂ ਇੰਨੇ ਜ਼ਿਆਦਾ ਕੰਮ ਗਿਣਾ ਦਿੱਤੇ, ਪਸ਼ੂਆਂ ਵਾਂਗ ਸਾਰਾ ਦਿਨ ਉਸ ਤੋਂ ਕੰਮ ਕਰਵਾਉਂਦੇ। ਸ਼ਰੀਫੂ ਵਿਚਾਰਾ ਖੇਤਾਂ ਵਿੱਚ ਕੰਮ ਕਰਦਾ ਰਹਿੰਦਾ ਅਤੇ ਰਾਤ ਨੂੰ ਵਿਚਾਰੇ ਦੋ ਰੋਟੀ ਲੈ ਕੇ ਘਰ ਵਾਪਸ ਆ ਜਾਂਦੇ। ਉਹਨਾਂ ਦੀ ਹਾਲਤ ਇੱਕ ਉਸ ਪਰਿੰਦੇ ਵਾਂਗ ਸੀ ਜਿਸ ਦੇ ਖੰਭ ਟੁੱਟ ਗਏ ਹੋਣ ਤਾਂ ਕਿ ਉਹ ਉਡਾਨ ਨਹੀਂ ਭਰ ਸਕਦੀ ਸੀ। ਹੌਲੀ ਹੌਲੀ ਕੰਮੂ ਜਿਹੜੀ ਗਰਭਵਤੀ ਹੋਈ, ਉਹਨਾਂ ਦੇ ਘਰ ਇੱਕ ਨੰਨੀ ਬੱਚੀ ਨੇ ਜਨਮ ਲਿਆ ਜਿਸ ਦਾ ਨਾਮ ਉਹਨਾਂ ਨੇ ਲੱਜੋ ਰੱਖਿਆ। ਹੁਣ ਉਹਨਾਂ ਨੂੰ ਆਪਣੀ ਫਿਕਰ ਨਹੀਂ ਸੀ, ਉਹਨਾਂ ਨੂੰ ਆਪਣੀ ਧੀ ਦੀ ਫਿਕਰ ਹੋਣ ਲੱਗੀ। ਹੌਲੀ ਹੌਲੀ ਲੱਜੋ ਜਵਾਨ ਹੋ ਗਈ। ਉਹ ਵੀ ਆਪਣੀ ਮਾਂ ਦੀ ਤਰ੍ਹਾਂ ਪੂਰੀ ਸੋਹਣੀ ਸੁਨੱਖੀ ਸੀ। ਹੁਣ ਲੱਜੋ ਵੀ ਆਪਣੇ ਮਾਂ ਬਾਪ ਦੇ ਨਾਲ ਨੰਬਰਦਾਰਾਂ ਦੇ ਕੰਮ ਕਰਵਾਉਣ ਲੱਗੀ। ਹੌਲੀ ਹੌਲੀ ਸ਼ਾਇਦ ਜਿਵੇਂ ਰੱਬ ਨੂੰ ਮਨਜ਼ੂਰ ਹੀ ਨਹੀਂ ਸੀ, ਉਹਨਾਂ ਦੇ ਦੁੱਖਾਂ ਦਾ ਪਹਾੜ ਟੁੱਟ ਗਿਆ। ਕੰਮੂ ਹੈ ਜਿਹੜੀ ਵੀ ਬਿਮਾਰ ਰਹਿਣ ਲੱਗੀ। ਇੱਕ ਦਿਨ ਗੁਹਾਰੇ ਵਿੱਚ ਪਾਥੀਆਂ ਚੁੱਕ ਕੇ ਜਾ ਰਹੀ ਕੰਮੂ ਦੇ ਹੱਥ 'ਤੇ ਸੱਪ ਲੜ ਗਿਆ ਅਤੇ ਉਹ ਉੱਥੇ ਹੀ ਪਈ ਰਹਿ ਗਈ, ਭਾਵ ਉਸਦੇ ਪ੍ਰਾਣ ਪਖੇਰੂ ਹੋ ਗਏ, ਮਤਲਬ ਉਸਦੀ ਮੌਤ ਹੋ ਗਈ। ਜਦੋਂ ਤੇਜ ਕੌਰ ਨੂੰ ਪਤਾ ਲੱਗਿਆ ਤਾਂ ਉਹ ਰੌਲਾ ਪਾਇਆ, ਪਰ ਹੁਣ ਵੇਲਾ ਕਿੱਥੇ ਆਉਂਦਾ ਸੀ। ਸ਼ਰੀਫੂ ਅਤੇ ਲੱਜੋ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਇਹ ਘਟਨਾ ਸੁਣ ਕੇ ਪਿੰਡ ਵਾਲੇ ਸਾਰੇ ਇਕੱਠੇ ਹੋ ਗਏ ਅਤੇ ਉਹਨਾਂ ਨੇ ਉਸਦਾ ਕੰਮੂ ਦਾ ਸੰਸਕਾਰ ਕਰ ਦਿੱਤਾ। ਹਜੇ ਅੰਤਿਮ ਰਸਮਾਂ ਜਿਹੜੀਆਂ ਪੂਰੀਆਂ ਹੀ ਨਹੀਂ ਹੋਈਆਂ ਸਨ ਕਿ ਨੰਬਰਦਾਰਾਂ ਨੇ ਸ਼ਰੀਫ ਨੂੰ ਕੰਮ 'ਤੇ ਬੁਲਾਉਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਕੰਮੂ ਵੀ ਲੱਜੋ ਵੀ ਉਹਨਾਂ ਦੇ ਨਾਲ, ਉਸਦੇ ਆਪਣੇ ਪਿਤਾ ਜੀ ਦੇ ਨਾਲ ਕੰਮ 'ਤੇ ਜਾਣ ਲੱਗੀ। ਲੱਜੋ ਆਪਣੀ ਮਾਂ ਵਾਂਗ ਸੋਹਣੀ ਸੀ। ਨੰਬਰਦਾਰ ਦਾ ਜਿਹੜਾ ਮੁੰਡਾ ਜੈਲਾ ਸੀ ਉਹ ਉਸਨੂੰ ਬਹੁਤ ਤੰਗ ਕਰਦਾ ਸੀ। ਉਸਦੀ ਮਾੜੀ ਨਜ਼ਰ ਉਸਦੇ ਉੱਪਰ ਸੀ। ਇੱਕ ਦਿਨ ਉਸਨੇ ਆਪਣੇ ਪਿਤਾ ਜੀ ਨੂੰ ਦੱਸਿਆ, ਪਰ ਉਸਦੇ ਪਿਤਾ ਜੀ ਸ਼ਰੀਫੂ ਨੇ ਕੀ ਕਿਹਾ ਕਿ ਆਪਾਂ ਗਰੀਬ, ਆਪਾਂ ਕੁਝ ਨਹੀਂ ਕਰ ਸਕਦੇ, ਆਪਣੇ ਨਸੀਬ ਹੀ ਇਸ ਤਰ੍ਹਾਂ ਦੇ ਲਿਖੇ ਹੋਏ ਹਨ। ਤਾਂ ਲੱਜੋ ਹੈ ਵਿਚਾਰੀ ਚੁੱਪ ਕਰਕੇ ਰਹਿ ਗਈ। ਉਹ ਆਉਂਦੇ ਜਾਂਦੇ ਨੰਬਰਦਾਰ ਦੇ ਜਿਹੜੇ ਪਰਿਵਾਰ ਦੀਆਂ ਬਦਸਲੂਕੀਆਂ ਸਹਿੰਦੀ ਰਹਿੰਦੀ, ਪਰ ਕੁਛ ਵੀ ਨਾ ਕਹਿੰਦੀ। ਇਸ ਗਰੀਬੀ ਦੇ ਬੋਝ ਕਾਰਨ ਲੱਜੋ ਹੈ ਜਿਹੜੀ ਮਾਨਸਿਕ ਤੌਰ 'ਤੇ ਬਿਮਾਰ ਰਹਿਣ ਲੱਗੀ। ਮਾਂ ਵਾਰੀ ਧੀ, ਮਤਲਬ ਜਿਸ ਦੀ ਮਾਂ ਨਹੀਂ ਸੀ, ਉਹ ਆਪਣਾ ਦੁੱਖ ਕਿਸੇ ਨੂੰ ਨਹੀਂ ਕਹਿ ਸਕਦੀ ਸੀ ਅਤੇ ਅੰਦਰੋਂ ਹੀ ਚੁਰੀ ਜਾਂਦੀ ਸੀ, ਭਾਵ ਮਤਲਬ ਅੰਦਰੋਂ ਹੀ ਗਮ ਖਾਈ ਜਾ ਰਹੀ ਸੀ। ਉਹਨੂੰ ਆਪਣੇ ਆਪ ਰੋਗ ਲਾ ਲਿਆ, ਬਿਮਾਰ ਰਹਿਣ ਲੱਗੀ। ਤਪੇਦਿਕ ਦੀ ਬਿਮਾਰੀ ਕਾਰਨ ਉਹ ਜਲਦੀ ਹੀ ਸ਼ਰੀਫੂ ਨੂੰ ਇਕੱਲੇ ਛੱਡ ਕੇ ਚਲੀ ਗਈ। ਹੁਣ ਸ਼ਰੀਫੂ ਵਿਚਾਰਾ ਇਕੱਲਾ ਰਹਿ ਗਿਆ। ਉਹ ਇਹ ਸੋਚ ਰਿਹਾ ਸੀ ਕਿ ਧੀ ਦੀ ਬੇਵਕਤੀ ਮੌਤ ਹੋਈ ਹੈ, ਕਿ ਮਤਲਬ ਧੀ ਦੀ ਮੌਤ ਨਹੀਂ ਹੋਣੀ ਚਾਹੀਦੀ ਸੀ ਹੁਣੇ। ਉਹ ਅੰਦਰ ਸੋਚ ਰਿਹਾ ਸੀ ਕਿ ਉਸਦੀ ਧੀ ਦੀ ਮੌਤ ਦਾ ਜਿਹੜਾ ਕਾਰਨ ਹੈ, ਕਾਤਲ ਹੈ, ਅਸਲ ਕਾਤਲ ਹੈ, ਉਹ ਕੌਣ ਸੀ? ਤਪੇਦਿਕ ਦਾ ਰੋਗ ਸੀ ਜਾਂ ਨੰਬਰਦਾਰ ਦੀਆਂ ਬਦਸਲੂਕੀਆਂ? ਇੱਥੋਂ ਹੀ ਬੱਚੇ ਪਾਠ ਦਾ ਜਿਹੜਾ ਨਾਮ ਹੈ ਹੁਣ ਪਤਾ ਚੱਲਦਾ ਹੈ ਕਿ ਕਾਤਲ ਕੌਣ ਸੀ। ਮਤਲਬ ਸ਼ਰੀਫੂ ਹੈ ਵਿਚਾਰਾ ਐਂਡ 'ਤੇ ਹੀ ਸੋਚ ਰਿਹਾ ਸੀ ਕਿ ਮੇਰੀ ਧੀ ਦਾ ਕਾਤਲ ਕੌਣ ਹੈ। ਇਹ ਸੀ ਬੱਚੇ ਕਾਤਲ ਕੌਣ ਪਾਠ ਵਿੱਚ ਕਹਾਣੀ ਜਿਹੜੀ ਦੱਸੀ ਹੋਈ ਹੈ ਉਹ। ਹੁਣ ਅੱਗੇ ਆ ਗਿਆ ਬੁੱਕ ਵਰਕ 'ਚ ਸਭ ਤੋਂ ਪਹਿਲਾਂ MCQ। ਸ਼ਰੀਫੂ ਨੰਬਰਦਾਰਾਂ ਦੇ ਘਰ ਕੀ ਕੰਮ ਕਰਦਾ ਸੀ? ਉਹ ਪਾਲੀ ਦਾ ਕੰਮ ਕਰਦਾ ਸੀ। ਸ਼ਰੀਫੂ ਦੇ ਚਰਚੇ ਕਿੱਥੇ ਹੋਣ ਲੱਗੇ? ਘਰ ਵਿੱਚ। ਕੌਣ ਜਵਾਨੀ ਦੇ ਦਿਨ ਮਾਣ ਨਾ ਸਕਿਆ?
ਸ਼ਰੀਫੂ। ਲੱਜੋ ਨੂੰ ਕਿਹੜਾ ਰੋਗ ਲੱਗਿਆ? ਤਪੇਦਿਕ। ਸੁੱਚਾ ਸਿੰਘ ਕੌਣ ਸੀ? ਨੰਬਰਦਾਰ। ਨੈਕਸਟ ਆ ਗਿਆ ਵਾਕਾਂ ਵਿੱਚ ਵਰਤੋ। ਵਿਵਹਾਰ। ਸ਼ਰੀਫੂ ਦਾ ਵਿਵਹਾਰ ਬਹੁਤ ਵਧੀਆ ਸੀ। ਪਰਿੰਦੇ। ਪਰਿੰਦੇ ਅੰਬਰਾਂ ਵਿੱਚ ਉੱਡਦੇ ਹਨ। ਸ਼ੋਸ਼ਣ। ਨੰਬਰਦਾਰ ਸ਼ਰੀਫੂ ਦਾ ਸ਼ੋਸ਼ਣ ਕਰਦਾ ਸੀ। ਸਬਜ਼ਬਾਜ਼। ਨੰਬਰਦਾਰ ਨੇ ਬਹੁਤ ਸਬਜ਼ਬਾਜ਼ ਦਿਖਾ ਕੇ ਸ਼ਰੀਫੂ ਨੂੰ ਵਿਆਹ ਲਈ ਮਨਾ ਲਿਆ। ਇਹ ਸੀ ਬੱਚੇ ਵਾਕਾਂ 'ਚ ਵਰਤੋਂ। ਵੈਸੇ ਤਾਂ ਤੁਸੀਂ ਕਲਾਸ ਟੈਸਟ ਵਿੱਚ ਜਾਂ ਪੇਪਰ ਵਿੱਚ ਕੋਈ ਵੀ ਵਾਕ ਲਿਖ ਸਕਦੇ ਹੋ। ਇੱਥੇ ਬੁੱਕ 'ਤੇ ਉਹੀ ਲਿਖਣੇ ਆ ਜਿਹੜੇ ਮੈਂ ਕਰਵਾਏ ਹਨ। ਨੈਕਸਟ ਹੈ ਖਾਲੀ ਥਾਵਾਂ। ਉਹ ਸੋਚਦਾ ਰੱਬਾ ਸਾਡੀ ਹੀ ਡੈਸ਼ ਮਾੜੀ ਲਿਖੀ ਸੀ। ਕੀ ਮਾੜੀ ਲਿਖੀ ਸੀ? ਕਿਸ ਆਪ ਮੁਹਾਰੇ ਡੈਸ਼ ਮੋਤੀ ਬਣ ਬਣ ਡਿੱਗਣ ਲੱਗੇ। ਹੰਝੂ। ਡੈਸ਼ ਵਿੱਚ ਵੀ ਉਸਦੇ ਚਰਚੇ ਹੋਣ ਲੱਗੇ। ਤ੍ਰਿਮਤਾ। ਤ੍ਰਿਮਤਾ ਮਤਲਬ ਔਰਤਾਂ। ਵਿਚਾਰੇ ਦਾ ਡੈਸ਼ ਪਟਦੇ ਰਹਿੰਦੇ। ਚੰਮ। ਉਸਦੇ ਪ੍ਰਾਣ ਪਖੇਰੂ ਨਿਕਲ ਗਏ। ਕਿਸ ਦੇ ਨਿਕਲ ਗਏ ਸੀ? ਕੰਮੋਂ ਦੇ। ਅੱਗੇ ਹੈ ਸਹੀ ਗਲਤ। ਸ਼ਰੀਫੂ ਦਿਨ ਰਾਤ ਮਿਹਨਤ ਕਰਦਾ ਸੀ। ਸਹੀ। ਤੇਜ ਕੌਰ ਸ਼ਰੀਫੂ ਨੂੰ ਰੱਜ ਰੱਜ ਕੇ ਰੋਟੀ ਦਿੰਦਾ ਸੀ। ਗਲਤ। ਸ਼ਰੀਫੂ ਤੇ ਲੱਜੋ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਸਹੀ। ਕੰਮੋਂ ਹੁਣ ਗਰਭਵਤੀ ਸੀ। ਸਹੀ। ਪਿੰਡ ਵਾਲਿਆਂ ਨੇ ਰਲ ਕੇ ਕੰਮੋਂ ਦਾ ਸੰਸਕਾਰ ਕੀਤਾ। ਸਹੀ। ਅੱਗੇ ਆ ਗਿਆ ਵਿਆਕਰਨ ਨਾਲ ਸੰਬੰਧਿਤ ਪ੍ਰਸ਼ਨ ਉੱਤਰ। ਫਸਟ ਹੈ ਊੜੇ ਨਾਲ ਲੱਗਣ ਵਾਲੀਆਂ ਲਗਾਂ ਕਿਹੜੀਆਂ ਹਨ? ਊੜੇ ਨਾਲ 3 ਲਗਾਂ ਲੱਗਦੀਆਂ ਹਨ, ਔਂਕੜ, ਦੁਲੈਂਕੜ ਤੇ ਊੜਾ। ਪੰਜਾਬੀ ਭਾਸ਼ਾ ਲਈ ਵਰਤੀ ਜਾਂਦੀ ਲਿਪੀ ਦਾ ਨਾਂ ਦੱਸੋ? ਗੁਰਮੁਖੀ। ਆੜਾ ਤੇ ਈੜੀ ਨਾਲ ਕਿਹੜੀਆਂ ਮਾਤਰਾਵਾਂ ਲੱਗਦੀਆਂ ਹਨ? ਆੜੇ ਨਾਲ ਕੰਨਾ, ਮੁਕਤਾ, ਦੁਲਾਵਾਂ ਤੇ ਕਨੋੜਾ। ਈੜੀ ਨਾਲ ਲੱਗਦੀਆਂ 3 ਸਿਹਾਰੀ, ਬਿਹਾਰੀ ਤੇ ਲਾਂ। ਲਗਾਖਰ ਦੀ ਪਰਿਭਾਸ਼ਾ ਲਿਖੋ। ਲਗਾਂ ਨਾਲ ਲੱਗਣ ਵਾਲੇ ਛੋਟੇ ਚਿੰਨ੍ਹਾਂ ਨੂੰ ਲਗਾਖਰ ਕਹਿੰਦੇ ਹਨ। ਲਗਾਖਰ ਕਿਸ ਦਾ ਹਿੱਸਾ ਹਨ? ਅੱਖਰ ਬੋਧ ਦਾ। ਅੱਗੇ ਆ ਗਿਆ ਵਿਆਕਰਨ ਦੇ ਨਿਯਮਾਂ ਅਨੁਸਾਰ ਬਦਲੀ ਕਰੋ। ਵਿਆਕਰਨ ਦੇ ਨਿਯਮਾਂ ਅਨੁਸਾਰ ਜਿਹੜੇ ਵਾਕ ਗਲਤ ਨੇ ਉਹਨਾਂ ਨੂੰ ਸਹੀ ਕਰਕੇ ਲਿਖਣਾ ਹੈ। ਨੇਤਾ ਜੀ ਭਾਸ਼ਣ ਦੇ ਰਿਹਾ ਹੈ। ਨੇਤਾ ਜੀ ਭਾਸ਼ਣ ਦੇ ਰਹੇ ਹਨ। ਪ੍ਰਿੰਸੀਪਲ ਆਇਆ ਹੈ। ਪ੍ਰਿੰਸੀਪਲ ਆਏ ਹਨ। ਕਦੇ ਵੀ ਤੰਗ ਨਾ ਕਰੋ ਬਜ਼ੁਰਗਾਂ ਨੂੰ। ਬਜ਼ੁਰਗਾਂ ਨੂੰ ਕਦੇ ਵੀ ਤੰਗ ਨਾ ਕਰੋ। ਉਹ ਪਾਸ ਹੋ ਗਿਆ 3 ਡਿਵੀਜ਼ਨ ਵਿੱਚ। ਉਹ 3 ਡਿਵੀਜ਼ਨ ਵਿੱਚ ਪਾਸ ਹੋ ਗਿਆ। ਤੁਸੀਂ ਠੀਕ ਨਹੀਂ ਲੱਗਦੇ ਅੱਜ। ਤੁਸੀਂ ਅੱਜ ਠੀਕ ਨਹੀਂ ਲੱਗਦੇ। ਲਗਾ ਤੋਂ ਤੁਹਾਡਾ ਕੀ ਭਾਵ ਹੈ? ਲਗਾ ਤੋਂ ਤੁਹਾਡਾ ਭਾਵ ਕੀ ਹੈ? ਇਹ ਸੀ ਬੱਚੇ ਬੁੱਕ ਵਰਕ। ਹੁਣ ਆ ਜਾਓ ਕੁਐਸਚਨ ਆਨਸਰ। ਪਹਿਲਾ ਪ੍ਰਸ਼ਨ ਹੈ ਸ਼ਰੀਫੂ ਦੇ ਘਰ ਕਿਸ ਨੇ ਜਨਮ ਲਿਆ? ਇੱਕ ਧੀ ਨੇ। ਨੰਬਰਦਾਰ ਦੀ ਪਤਨੀ ਦਾ ਕੀ ਨਾਂ ਸੀ? ਤੇਜ ਕੌਰ। ਸ਼ਰੀਫੂ ਨੰਬਰਦਾਰਾਂ ਦੇ ਘਰ ਕੀ ਕੰਮ ਕਰਦਾ ਸੀ? ਪਾਲੀ ਦਾ। ਸੁੱਚਾ ਸਿੰਘ ਨੇ ਸ਼ਰੀਫੂ ਦਾ ਵਿਆਹ ਕਿਸ ਨਾਲ ਕਰਵਾਇਆ? ਕੰਮੋਂ ਨਾਲ। ਕੌਣ ਆਪਣੇ ਬਾਪ ਦੀ ਇੱਜ਼ਤ ਦਾ ਪੂਰਾ ਮੁੱਲ ਮੋੜ ਰਿਹਾ ਸੀ? ਸ਼ਰੀਫੂ। ਨੈਕਸਟ ਆਗੇ ਵਿਸਤਾਰ ਸਹਿਤ ਪ੍ਰਸ਼ਨ ਉੱਤਰ। ਪਿੰਡ ਦੀਆਂ ਤਰੀਮਤਾਂ ਵਿੱਚ ਸ਼ਰੀਫੂ ਦੇ ਕੀ ਚਰਚੇ ਸਨ? ਪਿੰਡ ਦੀਆਂ ਤਰੀਮਤਾਂ ਵਿੱਚ ਸ਼ਰੀਫੂ ਦੇ ਚਰਚੇ ਸਨ ਕਿ ਕਿਵੇਂ ਦਿਨ ਰਾਤ ਮਰਦਾ ਰਹਿੰਦਾ ਹੈ। ਇਹਦੇ ਵਰਗੇ ਤਾਂ ਹਲ ਕਰਦੇ ਵੇਲੇ ਘੁੰਮਦੇ ਫਿਰਦੇ ਹਨ। ਵਿਚਾਰਾ ਆਪਣੇ ਬਾਪ ਦੀ ਇੱਜ਼ਤ ਦਾ ਪੂਰਾ ਮੁੱਲ ਮੋੜ ਰਿਹਾ ਹੈ। ਸ਼ਰੀਫੂ ਵਰਗਾ ਬੰਦਾ ਕਿਤੇ ਵੀ ਚਲਾ ਜਾਵੇ ਉਸ ਨੂੰ ਕੰਮ ਦਾ ਕੋਈ ਘਾਟਾ ਨਹੀਂ। ਨਾਲੇ ਪੈਸੇ ਮਿਲਣਗੇ ਤੇ ਨਾਲੇ ਇੱਜ਼ਤ ਦੀ ਰੋਟੀ। ਇਹ ਨੰਬਰਦਾਰ ਗਧਿਆਂ ਵਾਂਗ ਕੰਮ ਲੈ ਕੇ ਮਸਾਂ 2 ਟੱਕ ਵੀ ਨਖਰੇ ਨਾ ਕਰਕੇ ਦਿੰਦੇ ਹਨ। ਨੈਕਸਟ ਕੁਐਸਚਨ ਹੈ ਵਿਆਹ ਤੋਂ ਮਗਰੋਂ ਸੁੱਚਾ ਸਿੰਘ ਨੇ ਸ਼ਰੀਫੂ ਨਾਲ ਕਿਹੋ ਜਿਹਾ ਸਲੂਕ ਕੀਤਾ? ਵਿਆਹ ਤੋਂ 4 ਦਿਨ ਬਾਅਦ ਸ਼ਰੀਫੂ ਨਾਲ ਉਹੀ ਸਲੂਕ ਸ਼ੁਰੂ ਹੋ ਗਿਆ। ਗਾਲਾਂ ਕੱਢਣੀਆਂ ਤੇ ਜ਼ਿਆਦਾ ਕੰਮ ਕਰਵਾਉਣਾ। ਦਿਨ ਰਾਤ ਕੰਮ ਕਰਦਾ ਤੇ 2 ਵਕਤ ਦੀ ਰੋਟੀ ਹੁਣ 2 ਜੀਆਂ ਦੀ ਹੋ ਗਈ ਸੀ ਫਿਰ ਮਿਲਦੀ। ਨੈਕਸਟ ਹੈ ਲੱਜੋ ਕਿਹੋ ਜਿਹੀ ਕੁੜੀ ਸੀ? ਜੈਲੇ ਨੇ ਲੱਜੋ ਨਾਲ ਕਿਹੋ ਜਿਹਾ ਵਿਵਹਾਰ ਕੀਤਾ? ਲੱਜੋ ਆਪਣੀ ਮਾਂ ਵਾਂਗ ਸੋਹਣੀ ਸੀ ਤੇ ਕੰਮ ਵੀ ਆਪਣੀ ਮਾਂ ਵਾਂਗ ਕਰਦੀ ਸੀ। ਨੰਬਰਦਾਰ ਦੇ ਮੁੰਡੇ ਜੈਲੇ ਦੀ ਉਸ 'ਤੇ ਮਾੜੀ ਨਜ਼ਰ ਸੀ। ਉਹ ਨੰਬਰਦਾਰ ਦੀਆਂ ਬਦਸਲੂਕੀਆਂ ਸਹਿੰਦੀ ਰਹਿੰਦੀ। ਮਾਨਸਿਕ ਤੌਰ 'ਤੇ ਬਿਮਾਰ ਰਹਿਣ ਲੱਗ ਪਈ। ਅੰਤ ਵਿੱਚ ਸ਼ਰੀਫੂ ਕੀ ਸੋਚ ਰਿਹਾ ਸੀ? ਅੰਤ ਵਿੱਚ ਸ਼ਰੀਫੂ ਸੋਚ ਰਿਹਾ ਸੀ ਕਿ ਮੇਰੀ ਧੀ ਦਾ ਅਸਲ ਕਾਤਲ ਤਪੇਦਿਕ ਦਾ ਰੋਗ ਸੀ ਜਾਂ ਨੰਬਰਦਾਰ ਪਰਿਵਾਰ ਦੀਆਂ ਬਦਸਲੂਕੀਆਂ। ਇਹ ਸੀ ਬੱਚੇ ਪ੍ਰਸ਼ਨ ਉੱਤਰ ਜੋ ਕਿ ਤੁਸੀਂ ਪੰਜਾਬੀ ਨੋਟਬੁੱਕ 'ਤੇ ਕੰਪਲੀਟ ਕਰਨੇ ਹਨ। ਧੰਨਵਾਦ।